ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਹੈਡਲਾਈਨਸ ਦੇ ਉੱਪਰ। ਅਮਰੀਕਾ ਨੇ ਬਾਰਡਰ ਬਾਰੇ ਕੀਤਾ ਐਲਾਨ, ਨਵੰਬਰ ਮਹੀਨੇ ਤੋਂ ਖੁੱਲੇਗਾ ਬਾਰਡਰ। ਕਿਊਬੈਕ ਨੇ ਬਦਲਿਆ ਫੈਸਲਾ, ਹੈਲਥ ਵਰਕਰਾਂ ਨੂੰ ਮਿਲੀ ਰਾਹਤ। ਕਿਸਾਨਾਂ ਲਈ ਫਿਰ ਉੱਠੇਗੀ ਆਵਾਜ਼, ਮੋਟਰਸਾਈਕਲ ਰੈਲੀ ਦਾ ਆਯੋਜਨ। ਏਅਰ ਕੈਨੇਡਾ ਨੇ ਦਿੱਤੀ ਜਾਣਕਾਰੀ, ਦੱਸਿਆ ਕਦੋਂ ਆਓ ਏਅਰਪੋਰਟ। ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ, ਕਈਆਂ ਨੂੰ ਹਾਸਲ ਹੋਏ ਸੱਦੇ। ਕੈਨੇਡਾ ਵੱਲੋਂ ਅਮਰੀਕਨਸ ਦੇ ਲਈ ਬਾਰਡਰ ਖੋਲ੍ਹਿਆ ਗਿਆ, ਪਰ ਬਾਅਦ ਦੇ ਵਿੱਚ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਕਦੋਂ ਅਮਰੀਕਾ ਕੈਨੇਡੀਅਨਸ ਦੇ ਵਾਸਤੇ ਅਜਿਹਾ ਕਰੇ। ਆਖਿਰਕਾਰ ਅਮਰੀਕਾ ਵਾਲੇ ਪਾਸਿਓਂ ਬਾਰਡਰ ਸੰਬੰਧੀ ਐਲਾਨ ਹੋ ਚੁੱਕਿਆ ਹੈ, ਜਿਸ ਦੇ ਮੁਤਾਬਕ ਨਵੰਬਰ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਅਮਰੀਕਾ ਵੱਲੋਂ ਇਹ ਬਾਰਡਰ ਖੋਲ੍ਹਿਆ ਜਾ ਰਿਹਾ ਹੈ। ਇਸ ਦੇ ਬਾਰੇ ਜੋ ਜਾਣਕਾਰੀ ਸਾਹਮਣੇ ਆਈ ਹੈ, ਉਸ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਖਬਰ ਦੇ ਵਿੱਚ। ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਅਮਰੀਕਾ ਵੱਲੋਂ ਕੈਨੇਡਾ ਦੇ ਨਾਲ ਬਾਰਡਰ ਕਦੋਂ ਖੋਲ੍ਹਿਆ ਜਾਵੇਗਾ ਤੇ ਆਖਿਰਕਾਰ ਇਸ ਦੇ ਬਾਰੇ ਹੁਣ ਜਾਣਕਾਰੀ ਸਾਹਮਣੇ ਆ ਗਈ ਹੈ। ਜੀ ਹਾਂ, ਅਮਰੀਕਾ ਵੱਲੋਂ ਕੈਨੇਡਾ ਦੇ ਵਾਸਤੇ ਨਵੰਬਰ ਮਹੀਨੇ ਤੋਂ ਬਾਰਡਰ ਖੋਲ੍ਹਿਆ ਜਾ ਰਿਹਾ ਹੈ। ਇਸ ਦੇ ਵਾਸਤੇ ਸ਼ਰਤ ਰੱਖੀ ਗਈ ਹੈ ਕਿ ਜਿਹੜੇ ਯਾਤਰੀ ਇਸ ਬਾਰਡਰ ਦੇ ਰਾਹੀਂ ਅਮਰੀਕਾ ਦੇ ਵਿੱਚ ਦਾਖਲ ਹੋਣਗੇ, ਉਹਨਾਂ ਦੇ ਕੋਵਿਡ-19 ਵੈਕਸੀਨ ਦੇ ਦੋਨੋਂ ਸ਼ਾਟ ਲੱਗੇ ਹੋਣ। ਹੁਣ ਅਮਰੀਕਾ ਵਾਲੇ ਪਾਸੇ ਤੋਂ ਬਾਰਡਰ ਸੰਬੰਧੀ ਜੋ ਜਾਣਕਾਰੀ ਸਾਹਮਣੇ ਆਈ ਹੈ, ਉਸ ਦੇ ਮੁਤਾਬਕ ਪੂਰੀ ਤਰ੍ਹਾਂ ਵੈਕਸੀਨੇਸ਼ਨ ਲਗਵਾ ਚੁੱਕੇ ਕੈਨੇਡੀਅਨ ਨਵੰਬਰ ਮਹੀਨੇ ਦੀ ਸ਼ੁਰੂਆਤ ਤੋਂ ਹੀ ਬਾਰਡਰ ਦੇ ਰਾਹੀਂ ਅਮਰੀਕਾ ਦੇ ਵਿੱਚ ਦਾਖਲ ਹੋ ਸਕਣਗੇ। ਇਸ ਦਾ ਐਲਾਨ ਯੂਐਸ ਦੇ ਸੀਨੀਅਰ ਅਧਿਕਾਰੀਆਂ ਦੇ ਵੱਲੋਂ ਰਾਤ ਸਮੇਂ ਕੀਤਾ ਗਿਆ, ਜਿੱਥੇ ਉਨ੍ਹਾਂ ਦੱਸਿਆ ਕਿ ਕੈਨੇਡਾ ਅਤੇ ਮੈਕਸੀਕੋ ਦੇ ਨਾਲ ਬਾਰਡਰ ਖੋਲ੍ਹਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮਾਰਚ 2020 ਤੋਂ ਹੀ ਅਮਰੀਕਾ ਵੱਲੋਂ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਬਾਰਡਰ ਨੂੰ ਗੈਰ ਜ਼ਰੂਰੀ ਯਾਤਰਾ ਦੇ ਵਾਸਤੇ ਬੰਦ ਕਰ ਦਿੱਤਾ। ਚਾਹੇ ਅਮਰੀਕਾ ਵੱਲੋਂ ਇਹ ਸਪਸ਼ਟ ਕਰ ਦਿੱਤਾ ਗਿਆ ਕਿ ਨਵੰਬਰ ਮਹੀਨੇ ਦੀ ਸ਼ੁਰੂਆਤ ਤੋਂ ਇਸ ਬਾਰਡਰ ਨੂੰ ਖੋਲ੍ਹਿਆ ਜਾਵੇਗਾ, ਪਰ ਅਜੇ ਉਨ੍ਹਾਂ ਵੱਲੋਂ ਸਪਸ਼ਟ ਤਾਰੀਖ ਨਹੀਂ ਦੱਸੀ ਗਈ ਕਿ ਕਦੋਂ ਤੋਂ ਕੈਨੇਡੀਅਨਸ ਅਮਰੀਕਾ ਬਾਰਡਰ ਦੇ ਰਾਹੀਂ ਦਾਖਲ ਹੋ ਸਕਣਗੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਸੰਬੰਧੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਹਾਲ ਹੀ ਦੇ ਵਿੱਚ ਅਮਰੀਕਾ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਉਨ੍ਹਾਂ ਵੱਲੋਂ WHO ਵੱਲੋਂ ਮਾਨਤਾ ਪ੍ਰਾਪਤ ਵੈਕਸੀਨ ਨੂੰ ਮਨਜ਼ੂਰ ਕੀਤਾ ਜਾਵੇਗਾ, ਜਿਸ ਦਾ ਮਤਲਬ ਹੈ ਕਿ ਜਿਨ੍ਹਾਂ ਯਾਤਰੀਆਂ ਵੱਲੋਂ WHO ਮਾਨਤਾ ਪ੍ਰਾਪਤ ਵੈਕਸੀਨ ਹਾਸਲ ਕੀਤੇ ਹੋਣਗੇ, ਉਹ ਹੁਣ ਅਮਰੀਕਾ ਦੇ ਵਿੱਚ ਦਾਖਲ ਹੋ ਸਕਦੇ ਨੇ। ਇਸ ਦੇ ਨਾਲ ਹੀ ਇੱਕ ਹੋਰ ਬੇहद ਖਾਸ ਜਾਣਕਾਰੀ ਹੈ ਕਿ ਟਰੱਕ ਡਰਾਈਵਰਸ ਦੇ ਵਾਸਤੇ ਵੀ ਹੁਣ ਕੋਵਿਡ-19 ਵੈਕਸੀਨ ਲਾਜ਼ਮੀ ਹੋਵੇਗੀ। ਜੀ ਹਾਂ, ਜਨਵਰੀ 2022 ਤੋਂ ਹੀ ਟਰੱਕਰਸ ਦੇ ਵਾਸਤੇ ਬਾਰਡਰ ਦੇ ਰਾਹੀਂ ਲੰਘਣ ਸੰਬੰਧੀ ਕੋਵਿਡ-19 ਵੈਕਸੀਨ ਨੂੰ ਜ਼ਰੂਰੀ ਕੀਤਾ ਜਾ ਰਿਹਾ ਹੈ, ਜਿਸ ਦਾ ਮਤਲਬ ਹੈ ਕਿ ਜਨਵਰੀ 2022 ਤੋਂ ਜਿਹੜੇ ਟਰੱਕ ਡਰਾਈਵਰਸ ਬਾਰਡਰ ਦੇ ਰਾਹੀਂ ਅਮਰੀਕਾ ਜਾਣਗੇ, ਉਹਨਾਂ ਵਾਸਤੇ ਜ਼ਰੂਰੀ ਹੋਵੇਗਾ ਕਿ ਉਹਨਾਂ ਦੇ ਕੋਵਿਡ-19 ਵੈਕਸੀਨ ਦੀਆਂ ਦੋਨੋਂ ਡੋਜ਼ ਲੱਗੀਆਂ ਹੋਣ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕੈਨੇਡਾ ਵੱਲੋਂ ਅਗਸਤ ਮਹੀਨੇ ਤੋਂ ਹੀ ਅਮਰੀਕਾ ਦੇ ਨਾਲ ਬਾਰਡਰ ਖੋਲ੍ਹ ਦਿੱਤਾ ਗਿਆ, ਜਿਸ ਦੇ ਮੁਤਾਬਕ ਫੁੱਲੀ ਵੈਕਸੀਨੇਟਡ ਅਮਰੀਕਨ ਯਾਤਰੀ ਕੈਨੇਡਾ ਦੇ ਵਿੱਚ ਨਾਨ ਐਸੈਂਸ਼ੀਅਲ ਟਰੈਵਲ ਦੇ ਲਈ ਆ ਰਹੇ ਹਨ ਤੇ ਹੁਣ ਆਖਿਰਕਾਰ ਅਮਰੀਕਾ ਵੱਲੋਂ ਵੀ ਬਾਰਡਰ ਖੋਲ੍ਹਣ ਸੰਬੰਧੀ ਐਲਾਨ ਕਰ ਦਿੱਤਾ ਗਿਆ ਹੈ। ਕਿਊਬੈਕ ਦੇ ਵੱਲੋਂ ਹੈਲਥ ਕੇਅਰ ਵਰਕਰਸ ਦੇ ਲਈ ਵੈਕਸੀਨੇਸ਼ਨ ਦੇ ਨਾਲ ਜੁੜਿਆ ਹੋਇਆ ਬੜੀ ਹੀ ਸਖਤੀ ਦੇ ਨਾਲ ਐਲਾਨ ਕੀਤਾ ਗਿਆ, ਜਿਸ ਦੇ ਮੁਤਾਬਕ ਜਿਹੜੇ ਹੈਲਥ ਕੇਅਰ ਵਰਕਰਸ ਕੋਵਿਡ-19 ਵੈਕਸੀਨ ਦੇ ਦੋਨੋਂ ਸ਼ਾਟ ਹਾਸਲ ਨਹੀਂ ਕਰਨਗੇ, ਉਹਨਾਂ ਦੀ ਨੌਕਰੀ ਜਾਣ ਦਾ ਡਰ ਸੀ। ਪਰ ਅਜਿਹੇ ਦੇ ਵਿੱਚ ਜੋ ਕਿਊਬੈਕ ਦੇ ਵੱਲੋਂ ਡੈਡਲਾਈਨ ਤੈਅ ਕੀਤੀ ਗਈ, ਉਸ ਨੂੰ ਇੱਕ ਹੋਰ ਮਹੀਨੇ ਦੇ ਲਈ ਵਧਾਇਆ ਗਿਆ ਹੈ, ਜਿਸ ਦਾ ਮਤਲਬ ਹੈ ਕਿ ਹੈਲਥ ਕੇਅਰ ਵਰਕਰਸ ਨੂੰ 1 ਮਹੀਨੇ ਦਾ ਹੋਰ ਸਮਾਂ ਦਿੱਤਾ ਗਿਆ ਕਿ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਨਹੀਂ ਲਗਵਾਈ, ਉਹ ਵੀ ਵੈਕਸੀਨ ਦੇ 2 ਸ਼ਾਟ ਹਾਸਲ ਕਰ ਲੈਣ। ਕਿਊਬੈਕ ਦੇ ਵੱਲੋਂ ਹੈਲਥ ਕੇਅਰ ਵਰਕਰਸ ਦੇ ਵਾਸਤੇ ਜੋ ਵੈਕਸੀਨੇਸ਼ਨ ਦੇ ਨਾਲ ਜੁੜਿਆ ਹੋਇਆ ਸਖਤ ਫੈਸਲਾ ਲਿਆ ਗਿਆ ਸੀ, ਇਸ ਦੇ ਬਾਰੇ ਹੁਣ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਕਿਊਬੈਕ ਸਰਕਾਰ ਵੱਲੋਂ ਹੈਲਥ ਕੇਅਰ ਵਰਕਰਸ ਦੇ ਵਾਸਤੇ ਲਾਜ਼ਮੀ ਵੈਕਸੀਨੇਸ਼ਨ ਦੀ ਡੈਡਲਾਈਨ ਨੂੰ 1 ਹੋਰ ਮਹੀਨੇ ਦੇ ਵਾਸਤੇ ਵਧਾ ਦਿੱਤਾ ਹੈ। ਇਸ ਬਾਰੇ ਜਾਣਕਾਰੀ ਕਿਊਬੈਕ ਦੇ ਹੈਲਥ ਮਿਨਿਸਟਰ ਵੱਲੋਂ ਸਾਂਝੀ ਕੀਤੀ ਗਈ ਹੈ, ਜਿਸ ਦੇ ਵਿੱਚ ਉਨ੍ਹਾਂ ਨੇ ਦੱਸਿਆ ਕਿ ਪ੍ਰੋਵਿੰਸ ਦੀ ਸਰਕਾਰ ਵੱਲੋਂ ਹੁਣ ਹੈਲਥ ਕੇਅਰ ਵਰਕਰਸ ਨੂੰ 1 ਹੋਰ ਮਹੀਨੇ ਦਾ ਸਮਾਂ ਦਿੱਤਾ ਜਾ ਰਿਹਾ ਹੈ ਕਿ ਉਹ ਕੋਵਿਡ-19 ਵੈਕਸੀਨ ਦੇ ਦੋਨੋਂ ਸ਼ਾਟ ਹਾਸਲ ਕਰ ਲੈਣ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸੂਬਾ ਸਰਕਾਰ ਵੱਲੋਂ ਇਸ ਗੱਲ ਨੂੰ ਲੈ ਕੇ ਜ਼ੋਰ ਦਿੱਤਾ ਜਾ ਰਿਹਾ ਸੀ ਕਿ ਉਨ੍ਹਾਂ ਵੱਲੋਂ ਡੈਡਲਾਈਨ ਦੇ ਵਿੱਚ ਬਦਲਾਵ ਨਹੀਂ ਕੀਤਾ ਜਾਵੇਗਾ। ਉਨ੍ਹਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਜਿਹੜੇ ਹੈਲਥ ਕੇਅਰ ਵਰਕਰਸ ਨੇ ਡੈਡਲਾਈਨ ਤੋਂ ਪਹਿਲਾਂ ਕੋਵਿਡ-19 ਵੈਕਸੀਨ ਦੇ ਦੋਨੋਂ ਸ਼ਾਟ ਹਾਸਲ ਨਹੀਂ ਕੀਤੇ ਹੋਣਗੇ, ਉਨ੍ਹਾਂ ਨੂੰ ਬਿਨਾਂ ਤਨਖਾਹ ਦੇ ਮੁਅੱਤਲ ਕਰ ਦਿੱਤਾ ਜਾਵੇਗਾ। ਪਰ ਹੁਣ ਇਸ ਦੇ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ, ਜਿਸ ਦੇ ਮੁਤਾਬਕ 15 ਨਵੰਬਰ ਦੀ ਡੈਡਲਾਈਨ ਤੈਅ ਕੀਤੀ ਗਈ ਹੈ, ਜਿਸ ਤੋਂ ਪਹਿਲਾਂ ਹੁਣ ਹੈਲਥ ਕੇਅਰ ਵਰਕਰਸ ਦੇ ਲਈ ਕੋਵਿਡ-19 ਵੈਕਸੀਨ ਦੇ ਦੋਨੋਂ ਸ਼ਾਟਸ ਲਗਾਉਣੇ ਜ਼ਰੂਰੀ ਹੋਣਗੇ। ਹੈਲਥ ਮਿਨਿਸਟਰ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਪ੍ਰੋਵਿੰਸ ਦੇ ਵਿੱਚ 96% ਹੈਲਥ ਕੇਅਰ ਵਰਕਰਸ ਨੇ ਕੋਵਿਡ-19 ਵੈਕਸੀਨ ਦੀ ਘੱਟੋ-ਘੱਟ 1 ਡੋਜ਼ ਹਾਸਲ ਕੀਤੀ ਹੈ, ਪਰ ਅਜੇ ਵੀ 21,900 ਹੈਲਥ ਕੇਅਰ ਵਰਕਰਸ ਅਜਿਹੇ ਹਨ ਜਿਹੜੇ ਪੂਰੀ ਤਰ੍ਹਾਂ ਵੈਕਸੀਨੇਟਡ ਨਹੀਂ। ਲਗਾਤਾਰ ਇਸ ਨੂੰ ਲੈ ਕੇ ਵੀ ਚਰਚਾ ਹੋ ਰਹੀ ਸੀ ਕਿ ਜੇਕਰ ਇੰਨੀ ਵੱਡੀ ਗਿਣਤੀ ਦੇ ਵਿੱਚ ਹੈਲਥ ਕੇਅਰ ਵਰਕਰਸ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ ਤਾਂ ਇੱਥੇ ਸਟਾਫ ਨੂੰ ਲੈ ਕੇ ਸ਼ਾਰਟੇਜ ਆ ਸਕਦੀ ਹੈ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਪ੍ਰੋਵਿੰਸ ਦੇ ਵੱਲੋਂ ਆਪਣੇ ਫੈਸਲੇ ਦੇ ਵਿੱਚ ਬਦਲਾਅ ਕੀਤਾ ਗਿਆ ਹੈ।
ਪ੍ਰੋਵਿੰਸ ਦਾ ਕਹਿਣਾ ਹੈ ਕਿ ਵੈਕਸੀਨੇਸ਼ਨ ਡੈਡਲਾਈਨ ਨੂੰ ਅੱਗੇ ਵਧਾਉਣਾ ਕੋਈ ਆਸਾਨ ਫੈਸਲਾ ਨਹੀਂ ਹੈ, ਪਰ ਉਹਨਾਂ ਵੱਲੋਂ ਬਹੁਤ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ। ਇਸ ਦੇ ਨਾਲ ਹੀ ਦੱਸੀਏ ਕਿ ਪ੍ਰੋਵਿੰਸ ਦਾ ਕਹਿਣਾ ਹੈ ਕਿ ਜਿਹੜੇ ਵਰਕਰਸ ਦੇ ਵੱਲੋਂ ਸੋਮਵਾਰ ਤੋਂ ਪਹਿਲਾਂ ਕੋਵਿਡ-19 ਵੈਕਸੀਨ ਦੇ ਦੋਨੋਂ ਸ਼ਾਟ ਨਹੀਂ ਲਗਵਾਏ ਹੋਣਗੇ, ਉਹਨਾਂ ਨੂੰ ਹਫ਼ਤੇ ਦੇ ਵਿੱਚ 3 ਕੋਵਿਡ-19 ਟੈਸਟ ਕਰਵਾਉਣੇ ਹੋਣਗੇ। ਇਹ ਨੀਤੀ ਸਰਕਾਰੀ ਅਦਾਰਿਆਂ ਦੇ ਨਾਲ-ਨਾਲ ਪ੍ਰਾਈਵੇਟ ਅਦਾਰਿਆਂ ਦੇ ਉੱਪਰ ਵੀ ਲਾਗੂ ਹੋ ਜਾਵੇਗੀ। ਹੈਲਥ ਮਿਨਿਸਟਰ ਦਾ ਕਹਿਣਾ ਹੈ ਕਿ ਜਿਹੜੇ ਨਵੇਂ ਸਟਾਫ ਦੀ ਭਰਤੀ ਕੀਤੀ ਜਾਵੇਗੀ ਉਹ ਪੂਰੀ ਤਰ੍ਹਾਂ ਦੇ ਨਾਲ ਵੈਕਸੀਨੇਟਡ ਹੋਣੇ ਜ਼ਰੂਰੀ ਨੇ। ਦੱਸੀਏ ਕਿ ਜੇਕਰ ਕਿਊਬੈਕ ਦੇ ਵੱਲੋਂ ਜੋ ਪਹਿਲਾਂ ਡੈਡਲਾਈਨ ਤੈਅ ਕੀਤੀ ਗਈ ਸੀ ਉਸੇ ਤਹਿਤ ਵਰਕਰਸ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਤਾਂ ਪ੍ਰੋਵਿੰਸ ਦੇ ਵਿੱਚ 35 ਆਪਰੇਟਿੰਗ ਰੂਮਸ ਅਤੇ 600 ਹਸਪਤਾਲਾਂ ਦੇ ਬੈੱਡਸ ਦੀਆਂ ਸੇਵਾਵਾਂ ਨੂੰ ਬੰਦ ਕਰਨਾ ਪੈਣਾ ਸੀ। ਲਖੀਮਪੁਰ ਖੇੜੀ ਦੇ ਵਿੱਚ ਜੋ ਕਿਸਾਨਾਂ ਦੇ ਨਾਲ ਘਟਨਾ ਵਾਪਰੀ ਹੈ ਉਸ ਤੋਂ ਬਾਅਦ ਕੈਨੇਡਾ ਦੇ ਵਿੱਚ ਵੀ ਲਗਾਤਾਰ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਕੈਨੇਡਾ ਦੇ ਵਿੱਚ ਇੱਕ ਵਾਰ ਫਿਰ ਤੋਂ ਇਸ ਘਟਨਾ ਦੇ ਵਿਰੁੱਧ ਪ੍ਰਦਰਸ਼ਨ ਹੋਣ ਜਾ ਰਿਹਾ ਹੈ, ਜਿਸ ਦੇ ਵਾਸਤੇ 17 ਅਕਤੂਬਰ ਦਾ ਸਮਾਂ ਤੈਅ ਕੀਤਾ ਗਿਆ ਹੈ। ਕਿੱਥੇ ਇਹ ਪ੍ਰੋਟੈਸਟ ਹੋਵੇਗਾ, ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਖਬਰ ਦੇ ਵਿੱਚ। ਲਖੀਮਪੁਰ ਖੇੜੀ ਦੇ ਵਿੱਚ ਭਾਰਤ ਦੇ ਕਿਸਾਨਾਂ ਦੇ ਨਾਲ ਜੋ ਘਟਨਾ ਵਾਪਰੀ ਹੈ, ਜਿਸ ਦੇ ਵਿੱਚ ਕਈ ਕਿਸਾਨ ਸ਼ਹੀਦ ਹੋ ਗਏ, ਇਸ ਤੋਂ ਬਾਅਦ ਹੁਣ ਭਾਰਤ ਦੇ ਵਿੱਚ ਹੀ ਨਹੀਂ ਬਲਕਿ ਕੈਨੇਡਾ ਦੇ ਵਿੱਚ ਵੀ ਇਸ ਦੇ ਖਿਲਾਫ ਲਗਾਤਾਰ ਆਵਾਜ਼ ਚੁੱਕੀ ਜਾ ਰਹੀ ਹੈ। ਇਸ ਘਟਨਾ ਦੇ ਸੰਬੰਧੀ ਪਹਿਲਾਂ ਵੀ ਕੈਨੇਡਾ ਦੇ ਵਿੱਚ ਕਈ ਪ੍ਰਦਰਸ਼ਨ ਹੋਏ ਨੇ ਤੇ ਇੱਕ ਵਾਰ ਫਿਰ ਤੋਂ ਇਹਨਾਂ ਕਿਸਾਨਾਂ ਦੇ ਹੱਕਾਂ ਦੇ ਵਾਸਤੇ ਕੈਨੇਡਾ ਦੇ ਵਿੱਚ ਆਵਾਜ਼ ਚੁੱਕੀ ਜਾ ਰਹੀ ਹੈ। ਜੀ ਹਾਂ, ਅਕਤੂਬਰ 17 ਨੂੰ ਮਿਸੀਸਾਗਾ ਦੇ ਵਿੱਚ ਲਖੀਮਪੁਰ ਘਟਨਾ ਦੇ ਖਿਲਾਫ ਪ੍ਰਦਰਸ਼ਨ ਹੋਣ ਜਾ ਰਿਹਾ ਹੈ। ਇਸ ਦੇ ਵਾਸਤੇ 11:30 ਵਜੇ ਦਾ ਸਮਾਂ ਤੈਅ ਕੀਤਾ ਗਿਆ, ਜਿੱਥੇ ਅਕਤੂਬਰ 17 ਨੂੰ ਇੱਕ ਮੋਟਰਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਹੈ। ਇਸ ਦੀ ਸ਼ੁਰੂਆਤ ਓਨਟਾਰੀਓ ਖਾਲਸਾ ਦਰਬਾਰ ਤੋਂ ਹੋਵੇਗੀ, ਜੋ ਕਿ ਭਾਰਤੀ ਕੌਂਸੂਲੇਟ ਤੱਕ ਜਾ ਕੇ ਮੁਕੰਮਲ ਹੋਵੇਗੀ। ਇਸ ਦੌਰਾਨ ਅਪੀਲ ਕੀਤੀ ਗਈ ਹੈ ਕਿ ਵੱਧ ਤੋਂ ਵੱਧ ਲੋਕ ਇਸ ਪ੍ਰਦਰਸ਼ਨ ਦੇ ਵਿੱਚ ਹਿੱਸਾ ਲੈਣ ਤਾਂ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਆਵਾਜ਼ ਬੁਲੰਦ ਕੀਤੀ ਜਾ ਸਕੇ। ਦੱਸਣਯੋਗ ਹੈ ਕਿ ਕੈਨੇਡਾ ਦੇ ਕਈ ਐਮਪੀਜ਼ ਦੇ ਵੱਲੋਂ ਵੀ ਲਖੀਮਪੁਰ ਘਟਨਾ ਦੇ ਖਿਲਾਫ ਆਪਣੀ ਆਵਾਜ਼ ਚੁੱਕੀ ਗਈ ਹੈ, ਜਿੱਥੇ ਉਹਨਾਂ ਵੱਲੋਂ ਪੀੜਤਾਂ ਦੇ ਵਾਸਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਇਸੇ ਦੇ ਚੱਲਦਿਆਂ ਇੱਕ ਹੋਰ ਪ੍ਰਦਰਸ਼ਨ ਕੈਨੇਡਾ ਦੇ ਵਿੱਚ ਹੋਣ ਜਾ ਰਿਹਾ ਹੈ, ਜਿਸ ਦੇ ਵਾਸਤੇ ਅਕਤੂਬਰ 17 ਦਾ ਦਿਨ ਨਿਰਧਾਰਿਤ ਕੀਤਾ ਗਿਆ। 에ਅਰ ਕੈਨੇਡਾ ਦੇ ਵੱਲੋਂ ਯਾਤਰੀਆਂ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਹੈ ਕਿ ਟੋਰਾਂਟੋ 에ਅਰਪੋਰਟ ਦੇ ਰਾਹੀਂ ਜਾਣ ਵਾਲੀ ਯਾਤਰੀਆਂ ਨੂੰ ਇੱਥੇ ਕਿੰਨਾ ਸਮਾਂ ਪਹਿਲਾਂ ਆਉਣਾ ਹੋਵੇਗਾ। 에ਅਰ ਕੈਨੇਡਾ ਦਾ ਕਹਿਣਾ ਹੈ ਕਿ ਜਿਹੜੀਆਂ ਉਡਾਨਾਂ ਕੈਨੇਡਾ ਦੇ ਵਿੱਚ ਹੀ ਚੱਲਣਗੀਆਂ ਉਸ ਦੇ ਵਾਸਤੇ ਕੋਈ ਵੀ ਸਮੇਂ ਦੇ ਵਿੱਚ ਜਾਂ ਫਿਰ ਸਕੈਜੂਅਲ ਦੇ ਵਿੱਚ ਬਦਲਾਵ ਨਹੀਂ ਕੀਤਾ ਗਿਆ, ਪਰ ਕਿਹਨਾਂ ਯਾਤਰੀਆਂ ਦੇ ਵਾਸਤੇ ਜਾਣਕਾਰੀ 에ਅਰ ਕੈਨੇਡਾ ਨੇ ਸਾਂਝੀ ਕੀਤੀ ਹੈ, ਦੱਸਾਂਗੇ ਤੁਹਾਨੂੰ ਇਸ ਖਬਰ ਦੇ ਵਿੱਚ। 에ਅਰ ਕੈਨੇਡਾ ਦੇ ਵੱਲੋਂ ਉਡਾਨਾਂ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਯਾਤਰੀਆਂ ਨੂੰ 에ਅਰਪੋਰਟ ਦੇ ਉੱਪਰ ਕਿੰਨਾ ਸਮਾਂ ਪਹਿਲਾਂ ਆਉਣਾ ਚਾਹੀਦਾ ਹੈ। ਇਹ ਜਾਣਕਾਰੀ ਟੋਰਾਂਟੋ 에ਅਰਪੋਰਟ ਤੋਂ ਜਾਣ ਵਾਲੇ ਯਾਤਰੀਆਂ ਦੇ ਵਾਸਤੇ ਜਾਰੀ ਕੀਤੀ ਗਈ ਹੈ, ਜਿੱਥੇ ਦੱਸਿਆ ਗਿਆ ਕਿ 에ਅਰਪੋਰਟ ਦੇ ਉੱਪਰ ਆਉਣ ਵਾਲੇ ਯਾਤਰੀਆਂ ਦੇ ਲਈ ਕਿੰਨਾ ਸਮਾਂ ਪਹਿਲਾਂ ਚੈੱਕ ਇਨ ਕਰਾਉਣੀ ਜ਼ਰੂਰੀ ਹੋਵੇਗੀ। ਇਸ ਦੀ ਸ਼ੁਰੂਆਤ ਅਕਤੂਬਰ 13 ਤੋਂ ਹੋਣ ਜਾ ਰਹੀ ਹੈ, ਜਿਸ ਦੇ ਮੁਤਾਬਕ ਜਿਹੜੇ ਯਾਤਰੀ ਯੂਐਸ ਦੇ ਵਿੱਚ ਜਾਣਗੇ ਉਹਨਾਂ ਦੀ ਚੈੱਕ ਇਨ ਅਤੇ ਬੈਗੇਜ ਡ੍ਰੌਪ ਆਫ ਡੈਡਲਾਈਨ ਨੂੰ 90 ਮਿੰਟ ਦੇ ਲਈ ਵਧਾ ਦਿੱਤਾ ਗਿਆ ਹੈ, ਜਿਸ ਦਾ ਮਤਲਬ ਹੈ ਕਿ ਯਾਤਰੀਆਂ ਦੇ ਵਾਸਤੇ ਚੈੱਕ ਇਨ ਅਤੇ ਬੈਗੇਜ ਡ੍ਰੌਪ ਆਫ 90 ਮਿੰਟ ਤੋਂ ਪਹਿਲਾਂ ਕਰਵਾਉਣਾ ਜ਼ਰੂਰੀ ਹੋਵੇਗਾ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ 에ਅਰ ਕੈਨੇਡਾ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇਹ ਕਦਮ ਇਸ ਕਰਕੇ ਚੁੱਕਿਆ ਜਾ ਰਿਹਾ ਹੈ ਤਾਂ ਕਿ ਯਾਤਰੀ ਸਮੇਂ ਦੇ ਉੱਪਰ ਆਪਣੀਆਂ ਉਡਾਨਾਂ ਫੜ ਸਕਣ। 에ਅਰਲਾਈਨ ਵੱਲੋਂ ਦੱਸਿਆ ਗਿਆ ਹੈ ਕਿ ਇਸ ਨਵੇਂ ਕਿਊ ਸਿਸਟਮ ਦੀ ਸ਼ੁਰੂਆਤ ਅਕਤੂਬਰ 13 ਤੋਂ ਕੀਤੀ ਜਾਵੇਗੀ। ਇਸ ਦੇ ਨਾਲ ਹੀ 에ਅਰ ਕੈਨੇਡਾ ਵੱਲੋਂ ਦੱਸਿਆ ਗਿਆ ਹੈ ਕਿ ਜਿਹੜੀਆਂ ਕੈਨੇਡਾ ਦੇ ਅੰਦਰ ਹੀ ਉਡਾਨਾਂ ਚੱਲਣਗੀਆਂ ਉਸ ਦੇ ਵਾਸਤੇ ਸਮਾਂ ਅਤੇ ਰੂਲਸ ਉਸੇ ਤਰ੍ਹਾਂ ਰਹਿਣਗੇ ਜਿਸ ਤਰ੍ਹਾਂ ਪਹਿਲਾਂ ਹਨ। ਯਾਤਰਾ ਤੋਂ ਪਹਿਲਾਂ ਯਾਤਰੀ 90 ਮਿੰਟ ਪਹਿਲਾਂ 에ਅਰਪੋਰਟ ਦੇ ਉੱਪਰ ਆ ਸਕਦੇ ਨੇ, ਪਰ ਯਾਤਰੀ ਯਾਤਰਾ ਦੇ 45 ਮਿੰਟ ਪਹਿਲਾਂ ਹੀ ਚੈੱਕ ਇਨ ਕਰਵਾ ਸਕਣਗੇ। IRCC ਵੱਲੋਂ ਲਗਾਤਾਰ ਤੀਸਰੀ ਵਾਰ PNP ਸਪੈਸੀਫਿਕ ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਦੇ ਵਿੱਚ ਕਈ ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਗਏ ਨੇ। ਵਿਭਾਗ ਦੇ ਵੱਲੋਂ ਜੋ ਇਹ ਤਾਜ਼ਾ ਡਰਾਅ ਕੱਢਿਆ ਗਿਆ, ਇਸ ਦੇ ਵਿੱਚ 600 ਤੋਂ ਵੱਧ ਉਮੀਦਵਾਰਾਂ ਨੂੰ ਇਨਵੀਟੇਸ਼ਨ ਹਾਸਲ ਹੋਏ ਨੇ ਤੇ ਇਸ ਦੌਰਾਨ ਕਿੰਨਾ CRS ਸਕੋਰ ਆ ਇਹ ਵੀ ਦੱਸਾਂਗੇ ਤੁਹਾਨੂੰ ਇਸ ਖਬਰ ਦੇ ਵਿੱਚ। IRCC ਵੱਲੋਂ ਲਗਾਤਾਰ ਤੀਸਰੀ ਵਾਰ PNP ਸਪੈਸੀਫਿਕ ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਦੇ ਵਿੱਚ ਕਈ ਉਮੀਦਵਾਰਾਂ ਦੀ ਕਿਸਮਤ ਜਾਗੀ ਹੈ। ਇਹ ਡਰਾਅ ਵਿਭਾਗ ਦੇ ਵੱਲੋਂ ਅਕਤੂਬਰ 13 ਨੂੰ ਕੱਢਿਆ ਗਿਆ, ਜਿਸ ਦੇ ਤਹਿਤ 681 ਇਨਵੀਟੇਸ਼ਨ ਜਾਰੀ ਕੀਤੇ ਗਏ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਵੱਲੋਂ ਜੋ ਡਰਾਅ ਦਾ ਐਲਾਨ ਕੀਤਾ ਗਿਆ, ਉਸ ਨੂੰ ਹਾਸਲ ਕਰਨ ਦੇ ਵਾਸਤੇ ਉਮੀਦਵਾਰਾਂ ਦੇ ਕੋਲ 720 ਸਕੋਰਸ ਹੋਣੇ ਜ਼ਰੂਰੀ ਸਨ। ਦੱਸ ਦਈਏ ਕਿ IRCC ਵੱਲੋਂ ਜੋ ਇਸ ਤੋਂ ਪਹਿਲਾਂ PNP ਸਪੈਸੀਫਿਕ ਐਕਸਪ੍ਰੈਸ ਐਂਟਰੀ ਡਰਾਅ ਕੱਢਿਆ ਗਿਆ ਸੀ, ਉਸ ਦੇ ਵਿੱਚ 761 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ ਸਨ, ਜਿਸ ਦੇ ਵਾਸਤੇ ਸਕੋਰਸ ਦੀ ਰਿਕੁਆਇਰਮੈਂਟ 742 ਦੀ ਸੀ।
ਦੱਸਣਯੋਗ ਹੈ ਕਿ IRCC ਵੱਲੋਂ ਹੁਣ ਤੱਕ ਜਿੰਨੇ ਡਰਾਅ ਕੱਢੇ ਗਏ ਉਸ ਦੇ ਤਹਿਤ 1,10,377 ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਜਾ ਚੁੱਕੇ ਨੇ, ਜਦਕਿ 2020 ਦੌਰਾਨ ਇਸ ਸਮੇਂ ਤੱਕ 82,850 ਇਨਵੀਟੇਸ਼ਨ ਹੀ ਜਾਰੀ ਕੀਤੇ ਗਏ। ਇਸ ਤੋਂ ਪਹਿਲਾਂ ਵਿਭਾਗ ਵੱਲੋਂ ਫਰਵਰੀ 13 ਨੂੰ ਇੱਕ ਰਿਕਾਰਡ ਤੋੜ ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ ਕੀਤਾ ਗਿਆ ਸੀ, ਜਿਸ ਦੇ ਵਿੱਚ ਇੱਕੋ ਵਾਰ ਦੇ ਵਿੱਚ 27,000 ਤੋਂ ਵੱਧ ਉਮੀਦਵਾਰਾਂ ਦੀ ਕਿਸਮਤ ਜਾਗੀ ਸੀ। ਦੱਸ ਦਈਏ ਕਿ ਹੁਣ ਤੱਕ IRCC ਵੱਲੋਂ PNP ਕੈਂਡੀਡੇਟਸ ਦੇ ਵਾਸਤੇ 20 ਡਰਾਅ ਕੱਢੇ ਗਏ ਨੇ। ਜ਼ਿਕਰਯੋਗ ਹੈ ਕਿ IRCC ਵੱਲੋਂ ਜੋ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਟਾਰਗੇਟ ਤੈਅ ਕੀਤਾ ਗਿਆ ਉਸ ਨੂੰ ਪੂਰਾ ਕਰਨ ਦੇ ਵਾਸਤੇ ਵਿਭਾਗ ਕਾਫੀ ਜ਼ਿਆਦਾ ਗੰਭੀਰ ਨਜ਼ਰ ਆ ਰਿਹਾ ਹੈ, ਜਿਸ ਦੇ ਚੱਲਦਿਆਂ ਕਈ ਰਿਕਾਰਡ ਤੋੜ ਡਰਾਅ ਵੀ ਕੱਢੇ ਜਾ ਰਹੇ ਨੇ ਤੇ ਜ਼ਿਆਦਾ ਤੋਂ ਜ਼ਿਆਦਾਤਰ ਉਮੀਦਵਾਰਾਂ ਨੂੰ ਇਨਵੀਟੇਸ਼ਨ ਹਾਸਲ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ। ਅਜਿਹੇ ਦੇ ਵਿੱਚ ਦੇਖਣ ਨੂੰ ਆਇਆ ਹੈ ਕਿ IRCC ਵੱਲੋਂ ਲਗਾਤਾਰ ਤੀਸਰਾ PNP ਡਰਾਅ ਕੱਢਿਆ ਗਿਆ ਹੋਵੇ, ਜਿਸ ਦੇ ਵਿੱਚ ਕਈ ਉਮੀਦਵਾਰਾਂ ਦੀ ਕਿਸਮਤ ਜਾਗੀ ਹੈ। ਪਿਛਲੇ ਦਿਨੀ ਬ੍ਰੈਂਪਟਨ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਗੋਲੀਆਂ ਚੱਲੀਆਂ ਤੇ ਇਸ ਦੌਰਾਨ ਇੱਕ ਦੀ ਮੌਤ ਹੋ ਗਈ। ਪੁਲਿਸ ਵੱਲੋਂ ਹੁਣ ਪੀੜਤ ਦਾ ਨਾਮ ਜਨਤਕ ਕੀਤਾ ਗਿਆ, ਜਿਸ ਦੇ ਮੁਤਾਬਕ ਇਹ ਜੋ ਇਸ ਘਟਨਾ ਦੇ ਵਿੱਚ ਪੀੜਤ ਹੈ ਉਹ ਪੰਜਾਬੀ ਮੂਲ ਦੇ ਨਾਲ ਸੰਬੰਧਿਤ ਹੈ, ਜਿਸ ਦਾ ਨਾਮ ਵੀ ਪੁਲਿਸ ਨੇ ਸਾਂਝਾ ਕੀਤਾ। ਪਿਛਲੇ ਦਿਨੀ ਬ੍ਰੈਂਪਟਨ ਤੋਂ ਜੋ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਸੀ, ਇਸ ਦੌਰਾਨ ਜਿਸ ਨੌਜਵਾਨ ਦੀ ਮੌਤ ਹੋਈ ਉਸ ਦਾ ਨਾਮ ਅਤੇ ਪਹਿਚਾਣ ਪੁਲਿਸ ਵੱਲੋਂ ਜਨਤਕ ਕੀਤੀ ਗਈ ਹੈ। ਜਾਣਕਾਰੀ ਦੇ ਮੁਤਾਬਕ ਇਹ ਗੋਲੀਬਾਰੀ ਦੀ ਘਟਨਾ ਬ੍ਰੈਂਪਟਨ ਤੋਂ ਮੰਗਲਵਾਰ ਨੂੰ ਸਾਹਮਣੇ ਆਈ, ਜਿਸ ਦੌਰਾਨ ਇੱਕ 36 ਸਾਲਾ ਨੌਜਵਾਨ ਦੀ ਮੌਤ ਹੋ ਗਈ, ਜੋ ਕਿ ਪੰਜਾਬੀ ਮੂਲ ਦਾ ਦੱਸਿਆ ਗਿਆ। ਇਸ ਮ੍ਰਿਤਕ ਦੀ ਪਹਿਚਾਣ ਅਮਨਜੋਤ ਵੈਂਸ ਦੇ ਤੌਰ ਦੇ ਉੱਪਰ ਦੱਸੀ ਗਈ ਹੈ। ਗੋਲੀਬਾਰੀ ਦੀ ਇਹ ਵਾਰਦਾਤ ਡਿਕਸੀ ਰੋਡ ਅਤੇ ਪੀਟਰ ਰਾਬਰਟਸਨ ਬੁਲਵਰਡ ਤੇ ਸਥਿਤ ਇੱਕ ਪਲਾਜ਼ਾ ਦੇ ਵਿੱਚ ਹੋਈ। ਇਸ ਘਟਨਾ ਦੇ ਬਾਰੇ ਪੁਲਿਸ ਨੂੰ ਰਾਤ ਸਮੇਂ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਜਦੋਂ ਘਟਨਾ ਵਾਲੀ ਥਾਂ ਦੇ ਉੱਪਰ ਪਹੁੰਚੇ ਤਾਂ ਉਹਨਾਂ ਨੇ ਜ਼ਖਮੀ ਹਾਲਤ ਦੇ ਵਿੱਚ ਪੀੜਤ ਨੂੰ ਹਸਪਤਾਲ ਭਰਤੀ ਕਰਵਾਇਆ, ਪਰ ਹਸਪਤਾਲ ਦੇ ਵਿੱਚ ਇਸ ਪੀੜਤ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਵੱਲੋਂ ਇਸ ਪੀੜਤ ਦੀ ਪਹਿਚਾਣ ਜਨਤਕ ਕਰ ਦਿੱਤੀ ਗਈ ਹੈ, ਪਰ ਉਹਨਾਂ ਵੱਲੋਂ ਇਸ ਮਾਮਲੇ ਦੀ ਵਧੇਰੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਇਸ ਘਟਨਾ ਬਾਰੇ ਹੋਰ ਵਧੇਰੇ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਦੇ ਨਾਲ ਜ਼ਰੂਰ ਸੰਪਰਕ ਕਰਨ, ਤਾਂ ਕਿ ਉਹਨਾਂ ਵੱਲੋਂ ਇਸ ਘਟਨਾ ਦੇ ਬਾਰੇ ਹੋਰ ਜਾਣਕਾਰੀ ਪਤਾ ਲਗਾਈ ਜਾ ਸਕੇ। ਕੈਲਗਰੀ ਤੋਂ ਇੱਕ ਹਿੱਟ ਐਂਡ ਰਨ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਸੰਬੰਧੀ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਵੱਲੋਂ ਸਾਰੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਹੈ ਕਿ ਕਿਸ ਵਿਅਕਤੀ ਨੂੰ ਇਸ ਮਾਮਲੇ ਸੰਬੰਧੀ ਗ੍ਰਿਫਤਾਰ ਕੀਤਾ ਗਿਆ। ਕੈਲਗਰੀ ਤੋਂ ਹਿੱਟ ਐਂਡ ਰਨ ਦਾ ਮਾਮਲਾ ਸਾਹਮਣੇ ਆਇਆ, ਜਿਸ ਸੰਬੰਧੀ ਟਰੱਕ ਸੀਜ਼ ਕੀਤਾ ਗਿਆ ਅਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਸਾਊਥ ਕੈਲਗਰੀ ਤੋਂ ਇਸ ਮਹੀਨੇ ਜੋ ਹਿੱਟ ਐਂਡ ਰਨ ਦਾ ਮਾਮਲਾ ਸਾਹਮਣੇ ਆਇਆ ਉਸ ਸੰਬੰਧੀ 45 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਘਟਨਾ ਅਕਤੂਬਰ 1 ਦੀ ਦੱਸੀ ਜਾ ਰਹੀ ਹੈ, ਜੋ ਕਿ 2:15 ਦੇ ਉੱਪਰ ਵਾਪਰੀ। ਜਾਣਕਾਰੀ ਦੇ ਮੁਤਾਬਕ ਰਾਹਗੀਰ 50 ਐਵਨਿਊ ਸਾਊਥ ਵੈਸਟ ਦੇ ਵੈਸਟਬਾਉਂਡ ਲੇਨਸ ਦੇ ਵਿੱਚ ਸੀ, ਜਦੋਂ ਉਸ ਨੂੰ ਇੱਕ ਪਿਕਅਪ ਟਰੱਕ ਦੇ ਵੱਲੋਂ ਟੱਕਰ ਮਾਰੀ ਗਈ। ਇਸ ਦੌਰਾਨ ਵਿਅਕਤੀ ਨੂੰ ਗੰਭੀਰ ਸੱਟਾਂ ਆਈਆਂ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਪੁਲਿਸ ਵੱਲੋਂ ਇਸ ਘਟਨਾ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਸੀ ਕਿ ਜਿਸ ਵਾਹਨ ਵੱਲੋਂ ਰਾਹਗੀਰ ਨੂੰ ਟੱਕਰ ਮਾਰੀ ਗਈ ਉਹ ਘਟਨਾ ਵਾਲੀ ਥਾਂ ਤੋਂ ਫਰਾਰ ਹੋ ਗਿਆ ਤੇ ਹੁਣ ਪੁਲਿਸ ਵੱਲੋਂ ਇਸ ਘਟਨਾ ਸੰਬੰਧੀ ਅਪਡੇਟ ਸਾਂਝੀ ਕੀਤੀ ਗਈ ਹੈ, ਜਿਸ ਦੇ ਮੁਤਾਬਕ ਵਾਹਨ ਨੂੰ ਸੀਜ਼ ਕੀਤਾ ਗਿਆ ਅਤੇ ਇਸ ਘਟਨਾ ਦੇ ਸੰਬੰਧ ਦੇ ਵਿੱਚ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਦੇ ਮੁਤਾਬਕ ਜਿਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਦੀ ਉਮਰ 45 ਸਾਲ ਦੇ ਕਰੀਬ ਦੱਸੀ ਗਈ ਹੈ। ਫਿਲਹਾਲ ਪੁਲਿਸ ਵੱਲੋਂ ਇਸ ਵਿਅਕਤੀ ਦੇ ਉੱਪਰ ਘਟਨਾ ਸੰਬੰਧੀ ਚਾਰਜ ਨਹੀਂ ਲਗਾਏ ਗਏ। ਉਹਨਾਂ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਸ ਘਟਨਾ ਦੇ ਪੀੜਤ ਅਤੇ ਸਸਪੈਕਟ ਦੋਨਾਂ ਦੇ ਹੀ ਨਾਮ ਪੁਲਿਸ ਵੱਲੋਂ ਫਿਲਹਾਲ ਜਨਤਕ ਨਹੀਂ ਕੀਤੇ ਗਏ। ਟੋਰਾਂਟੋ ਦੇ ਇੱਕ ਹਿੱਸੇ ਤੋਂ ਛੁਰੇਬਾਜ਼ੀ ਦੀ ਘਟਨਾ ਸਾਹਮਣੇ ਆਈ ਸੀ, ਜਿਸ ਬਾਰੇ ਹੁਣ ਅਪਡੇਟ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਨਾਲ ਜੁੜੇ ਹੋਏ ਸਸਪੈਕਟ ਦੇ ਉੱਪਰ ਚਾਰजेस ਲਗਾਏ ਗਏ ਹਨ। ਪੁਲਿਸ ਦਾ ਇਸ ਬਾਰੇ ਹੋਰ ਕੀ ਕਹਿਣਾ ਹੈ ਦੱਸਾਂਗੇ ਇਸ ਖਬਰ ਦੇ ਵਿੱਚ। ਪਿਛਲੇ ਮਹੀਨੇ ਇਟੋਬਿਕੋ ਤੋਂ ਜੋ ਇੱਕ ਛੁਰੇਬਾਜ਼ੀ ਦੀ ਘਟਨਾ ਸਾਹਮਣੇ ਆਈ ਸੀ, ਉਸ ਦੇ ਬਾਰੇ ਟੋਰਾਂਟੋ ਪੁਲਿਸ ਵੱਲੋਂ ਤਾਜ਼ਾ ਅਪਡੇਟ ਸਾਂਝੀ ਕੀਤੀ ਗਈ। ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇਸ ਮਾਮਲੇ ਸੰਬੰਧੀ ਸਸਪੈਕਟ ਨੂੰ ਗ੍ਰਿਫਤਾਰ ਕੀਤਾ ਗਿਆ। ਜਾਣਕਾਰੀ ਦੇ ਮੁਤਾਬਕ ਇਹ ਘਟਨਾ ਸਤੰਬਰ 29 ਨੂੰ ਸਾਹਮਣੇ ਆਈ ਸੀ, ਜਿੱਥੇ ਜੌਨ ਗਾਰਲੈਂਡ ਬੋਵਿਲਡਰ ਅਤੇ ਮਾਰਟਿਨ ਗਰੋਵ ਰੋਡ ਦੇ ਉੱਪਰ ਛੁਰੇਬਾਜ਼ੀ ਦੀ ਜਾਣਕਾਰੀ ਮਿਲੀ। ਇਸ ਤੋਂ ਬਾਅਦ ਜਦੋਂ ਆਫੀਸਰਸ ਘਟਨਾ ਵਾਲੀ ਥਾਂ ਦੇ ਉੱਪਰ ਪਹੁੰਚੇ ਸਨ ਤਾਂ ਉਹਨਾਂ ਨੂੰ ਇੱਥੇ ਇੱਕ ਵਿਅਕਤੀ ਮਿਲਿਆ। ਇਸ ਤੋਂ ਬਾਅਦ ਉਹਨਾਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਜੋ ਵਿਅਕਤੀ ਇੱਥੇ ਮਿਲਿਆ ਹੈ ਉਸ ਦੀ ਉਮਰ 26 ਸਾਲ ਅਤੇ ਉਸ ਦਾ ਨਾਮ ਖਾਲਿਦ ਜਾਮਾ ਹੈ। ਇਸ ਵਿਅਕਤੀ ਨੂੰ ਚਾਕੂ ਲੱਗਣ ਦੇ ਕਾਰਨ ਸੱਟਾਂ ਆਈਆਂ ਸਨ, ਜਿਸ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ। ਹੁਣ ਇਸ ਮਾਮਲੇ ਸੰਬੰਧੀ ਤਾਜ਼ਾ ਅਪਡੇਟ ਸਾਂਝੀ ਕਰਦਿਆਂ ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇੱਕ 26 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਦਾ ਨਾਮ ਸਾਲਾ ਅਬੂਕਰ ਦੱਸਿਆ ਗਿਆ ਹੈ। ਫਿਲਹਾਲ ਇਹ ਵਿਅਕਤੀ ਪੁਲਿਸ ਹਿਰਾਸਤ ਦੇ ਵਿੱਚ ਹੈ, ਜਿਸ ਦੇ ਉੱਪਰ ਫਰਸਟ ਡਿਗਰੀ ਮਰਡਰ ਚਾਰਜ ਲਗਾਏ ਗਏ।
ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਇਸ ਦੀ ਕੋਰਟ ਦੇ ਵਿੱਚ ਪੇਸ਼ੀ ਹੋਵੇਗੀ। ਨਾਲ ਹੀ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਘਟਨਾ ਬਾਰੇ ਵਧੇਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਦੇ ਨਾਲ ਜ਼ਰੂਰ ਸੰਪਰਕ ਕਰਨ ਤਾਂ ਕਿ ਇਸ ਬਾਰੇ ਹੋਰ ਵੀ ਜਾਂਚ ਕੀਤੀ ਜਾ ਸਕੇ। ਬ੍ਰਿਟਿਸ਼ ਕੋਲੰਬੀਆ ਵੱਲੋਂ ਆਪਣੇ ਨਵੇਂ PNP ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਦੇ ਵਿੱਚ 400 ਤੋਂ ਵੱਧ ਉਮੀਦਵਾਰਾਂ ਨੂੰ ਸੱਦੇ ਹਾਸਲ ਹੋਏ ਨੇ। ਬ੍ਰਿਟਿਸ਼ ਕੋਲੰਬੀਆ ਵੱਲੋਂ ਕਿਹੜੇ ਉਮੀਦਵਾਰ ਨੂੰ ਕਿਸ ਕੈਟਾਗਰੀ ਦੇ ਤਹਿਤ ਇਨਵੀਟੇਸ਼ਨ ਭੇਜੇ ਗਏ, ਜਾਣਕਾਰੀ ਦੇਵਾਂਗੇ ਇਸ ਖਬਰ ਦੇ ਵਿੱਚ। ਬ੍ਰਿਟਿਸ਼ ਕੋਲੰਬੀਆ ਵੱਲੋਂ ਆਪਣੇ ਨਵੇਂ PNP ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਦੇ ਵਿੱਚ ਕਈ ਉਮੀਦਵਾਰਾਂ ਨੂੰ ਇਨਵੀਟੇਸ਼ਨ ਹਾਸਲ ਹੋਏ। ਬ੍ਰਿਟਿਸ਼ ਕੋਲੰਬੀਆ ਵੱਲੋਂ ਜੋ ਅਕਤੂਬਰ 12 ਨੂੰ ਡਰਾਅ ਕੱਢਿਆ ਗਿਆ, ਉਸ ਦੇ ਵਿੱਚ 400 ਵਰਕਰਸ, ਗ੍ਰੈਜੂਏਟਸ ਅਤੇ ਐਂਟਰਪ੍ਰੈਨਿਓਰਸ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ। ਇਹ ਡਰਾਅ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਤਹਿਤ ਐਲਾਨ ਕੀਤਾ ਗਿਆ। ਜੀ ਹਾਂ, ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਜ਼ਰੀਏ ਉਹਨਾਂ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ ਜਿਹੜੇ ਸਕਿੱਲਸ ਇਮੀਗ੍ਰੇਸ਼ਨ ਅਤੇ ਐਕਸਪ੍ਰੈਸ ਐਂਟਰੀ ਬ੍ਰਿਟਿਸ਼ ਕੋਲੰਬੀਆ ਸਟਰੀਮਸ ਦੇ ਵਿੱਚੋਂ ਸਨ। ਇਸ ਦੇ ਨਾਲ ਹੀ ਸਕਿੱਲਡ ਵਰਕਰ, ਇੰਟਰਨੈਸ਼ਨਲ ਗ੍ਰੈਜੂਏਟ ਅਤੇ ਐਂਟਰੀ ਲੈਵਲ ਐਂਡ ਸੈਮੀ ਸਕਿੱਲਡ ਸਬ ਕੈਟਾਗਰੀ ਦੇ ਤਹਿਤ ਇਨਵੀਟੇਸ਼ਨ ਜਾਰੀ ਕੀਤੇ ਗਏ। ਇਸ ਡਰਾਅ ਦੇ ਵਿੱਚ ਇਨਵੀਟੇਸ਼ਨ ਹਾਸਲ ਕਰਨ ਦੇ ਵਾਸਤੇ ਉਮੀਦਵਾਰਾਂ ਦੇ ਕੋਲ 69 ਤੋਂ ਲੈ ਕੇ 91 ਪੁਆਇੰਟਸ ਹੋਣੇ ਜ਼ਰੂਰੀ ਸਨ। ਕੁੱਲ ਮਿਲਾ ਕੇ ਇਸ ਡਰਾਅ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਵੱਲੋਂ 308 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਹੁਣ ਤੱਕ ਬ੍ਰਿਟਿਸ਼ ਕੋਲੰਬੀਆ ਵੱਲੋਂ ਕਈ PNP ਡਰਾਅ ਐਲਾਨ ਕੀਤੇ ਜਾ ਚੁੱਕੇ ਨੇ, ਜਿਸ ਦੇ ਵਿੱਚ ਵੱਡੀ ਗਿਣਤੀ ਅੰਦਰ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ ਜਿੰਨੇ ਡਰਾਅ ਐਲਾਨ ਕੀਤੇ ਗਏ, ਉਸ ਦੇ ਵਿੱਚ 10,000 ਇਨਵੀਟੇਸ਼ਨ ਦਿੱਤੇ ਜਾ ਚੁੱਕੇ ਹਨ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਵੱਖ-ਵੱਖ ਪ੍ਰੋਵਿੰਸਸ ਦੇ ਵੱਲੋਂ ਲਗਾਤਾਰ PNP ਡਰਾਅ ਕੱਢੇ ਜਾ ਰਹੇ ਨੇ ਤਾਂ ਕਿ ਜੋ ਇਸ ਦੇ ਵਾਸਤੇ ਟਾਰਗੇਟ ਤੈਅ ਕੀਤਾ ਗਿਆ ਉਸ ਨੂੰ ਪੂਰਾ ਕੀਤਾ ਜਾ ਸਕੇ। ਵੱਖ-ਵੱਖ ਪ੍ਰੋਵਿੰਸਸ ਦੇ ਨਾਲ ਹੀ ਬ੍ਰਿਟਿਸ਼ ਕੋਲੰਬੀਆ ਵੱਲੋਂ ਵੀ ਲਗਾਤਾਰ PNP ਡਰਾਅ ਐਲਾਨੇ ਜਾ ਰਹੇ ਨੇ। ਜੋ ਤਾਜ਼ਾ ਡਰਾਅ ਕੱਢਿਆ ਗਿਆ, ਇਸ ਦੇ ਵਿੱਚ ਵੱਡੀ ਗਿਣਤੀ ਉਮੀਦਵਾਰਾਂ ਦੀ ਕਿਸਮਤ ਜਾਗੀ ਹੈ। ਪਿਛਲੇ ਦਿਨੀ ਫੇਸਬੁੱਕ ਦੇ ਵਿੱਚ ਕੰਮ ਕਰਨ ਵਾਲੀ ਸਾਬਕਾ ਮੁਲਾਜ਼ਮ ਦੇ ਵੱਲੋਂ ਫੇਸਬੁੱਕ ਦੇ ਬਾਰੇ ਕਈ ਤਰ੍ਹਾਂ ਦੇ ਖੁਲਾਸੇ ਕੀਤੇ ਗਏ। ਇਸ ਤੋਂ ਬਾਅਦ ਹੁਣ ਇੱਕ ਪੋਲ ਸਾਹਮਣੇ ਆਇਆ, ਜਿਸ ਦੇ ਵਿੱਚ ਜ਼ਿਆਦਾਤਰ ਕੈਨੇਡੀਅਨਸ ਇਸ ਨੂੰ ਨੈਗੇਟਿਵ ਮੰਨਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਫੇਸਬੁੱਕ ਦਾ ਗਲਤ ਅਸਰ ਪੈ ਰਿਹਾ ਹੈ। ਫੇਸਬੁੱਕ ਦੇ ਬਾਰੇ ਇੱਕ ਪੋਲ ਸਾਹਮਣੇ ਆਇਆ, ਜਿਸ ਦੇ ਵਿੱਚ ਜ਼ਿਆਦਾਤਰ ਲੋਕ ਇਸ ਦੇ ਬਾਰੇ ਚੰਗਾ ਨਹੀਂ ਸੋਚਦੇ। ਪੋਲ ਦੇ ਵਿੱਚ 40% ਅਜਿਹੇ ਕੈਨੇਡੀਅਨਸ ਹਨ ਜਿਨ੍ਹਾਂ ਦੀ ਨਜ਼ਰ ਦੇ ਵਿੱਚ ਫੇਸਬੁੱਕ ਨੈਗੇਟਿਵ ਹੈ। ਦਰਅਸਲ ਲੈਜਰ ਦੇ ਵੱਲੋਂ ਇੱਕ ਆਨਲਾਈਨ ਸਰਵੇ ਕਰਵਾਇਆ ਗਿਆ, ਜਿਸ ਦੇ ਵਿੱਚ ਕਾਫੀ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਨੇ। ਜ਼ਿਆਦਾਤਰ ਲੋਕਾਂ ਦਾ ਕਹਿਣਾ ਹੈ ਕਿ ਫੇਸਬੁੱਕ ਦੇ ਨਾਲ ਨਫ਼ਰਤ ਫੈਲਦੀ ਹੈ। ਇਸ ਦੇ ਨਾਲ ਗਲਤ ਜਾਣਕਾਰੀ, ਗਲਤ ਖਬਰਾਂ ਵੀ ਫੈਲਦੀਆਂ ਹਨ। ਕਈ ਲੋਕ ਤਾਂ ਇਹ ਵੀ ਮੰਨਦੇ ਨੇ ਕਿ ਇਸ ਦਾ ਸਿਹਤ ਦੇ ਉੱਪਰ, ਖਾਸ ਤੌਰ ਦੇ ਉੱਪਰ ਮੈਂਟਲ ਹੈਲਥ ਤੇ ਗਲਤ ਪ੍ਰਭਾਵ ਪੈਂਦਾ ਹੈ ਤੇ ਫੇਸਬੁੱਕ ਬੱਚਿਆਂ ਅਤੇ ਟੀਨੇਜਰਸ ਦੇ ਵਾਸਤੇ ਚੰਗੀ ਨਹੀਂ ਹੈ। ਇਸ ਦੇ ਨਾਲ ਹੀ ਕੁਝ ਲੋਕਾਂ ਵੱਲੋਂ ਫੇਸਬੁੱਕ ਦੀਆਂ ਖੂਬੀਆਂ ਵੀ ਦੱਸੀਆਂ ਗਈਆਂ ਨੇ। ਪੋਲ ਦੇ ਮੁਤਾਬਕ 4 ਵਿੱਚੋਂ 3 ਲੋਕ ਅਜਿਹੇ ਹਨ ਜਿਨ੍ਹਾਂ ਦਾ ਕਹਿਣਾ ਹੈ ਕਿ ਇਸ ਸੋਸ਼ਲ ਨੈਟਵਰਕ ਦੇ ਜ਼ਰੀਏ ਉਹ ਆਪਣੇ ਕਰੀਬੀਆਂ ਦੇ ਨੇੜੇ ਮਹਿਸੂਸ ਕਰਦੇ ਹਨ। 50% ਦਾ ਕਹਿਣਾ ਹੈ ਕਿ ਇਸ ਦੇ ਨਾਲ ਇਨਫੋਰਮੇਸ਼ਨ ਸਾਂਝੀ ਕੀਤੀ ਜਾ ਰਹੀ ਹੈ ਤੇ ਇਸ ਦਾ ਪੋਜ਼ਿਟਿਵ ਇੰਪੈਕਟ ਹੈ। ਦੱਸ ਦਈਏ ਕਿ ਇਹ ਸਰਵੇ ਲੈਜਰ ਦੇ ਵੱਲੋਂ ਅਕਤੂਬਰ 8 ਤੋਂ ਲੈ ਕੇ ਅਕਤੂਬਰ 10 ਦੇ ਵਿਚਕਾਰ ਕਰਵਾਇਆ ਗਿਆ, ਜਿਸ ਦੇ ਵਿੱਚ 1545 ਕੈਨੇਡੀਅਨਸ ਨੇ ਹਿੱਸਾ ਲਿਆ, ਜਿਨ੍ਹਾਂ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੇ ਦਿਨੀ ਫੇਸਬੁੱਕ ਦੇ ਵਿੱਚ ਕੰਮ ਕਰਨ ਵਾਲੀ ਸਾਬਕਾ ਮੁਲਾਜ਼ਮ ਦੇ ਵੱਲੋਂ ਫੇਸਬੁੱਕ ਦੇ ਬਾਰੇ ਕਈ ਤਰ੍ਹਾਂ ਦੇ ਖੁਲਾਸੇ ਕੀਤੇ ਗਏ। ਉਸ ਵੱਲੋਂ ਫੇਸਬੁੱਕ ਦੇ ਉੱਪਰ ਕਈ ਇਲਜ਼ਾਮ ਲਗਾਉਂਦਿਆਂ ਇੰਟਰਨਲ ਡਾਕੂਮੈਂਟਸ ਦਾ ਜ਼ਿਕਰ ਕੀਤਾ ਗਿਆ। ਇਸ ਸਾਬਕਾ ਮੁਲਾਜ਼ਮ ਦਾ ਕਹਿਣਾ ਹੈ ਕਿ ਫੇਸਬੁੱਕ ਖੁਦ ਵੀ ਜਾਣਦੀ ਹੈ ਕਿ ਫੇਸਬੁੱਕ ਦਾ ਬੱਚਿਆਂ ਦੇ ਉੱਪਰ ਗਲਤ ਪ੍ਰਭਾਵ ਪੈਂਦਾ ਹੈ, ਪਰ ਉਹ ਆਪਣੀ ਪਾਲਿਸੀ ਦੇ ਵਿੱਚ ਬਦਲਾਵ ਨਹੀਂ ਕਰਦੇ ਕਿਉਂਕਿ ਫੇਸਬੁੱਕ ਦਾ ਸਿਰਫ ਤੇ ਸਿਰਫ ਮਕਸਦ ਪ੍ਰੋਫਿਟ ਕਮਾਉਣਾ ਹੈ। ਇਸ ਦੇ ਵਾਸਤੇ ਉਹਨਾਂ ਵੱਲੋਂ ਆਪਣੀਆਂ ਨੀਤੀਆਂ ਦੇ ਵਿੱਚ ਬਦਲਾਵ ਨਹੀਂ ਕੀਤਾ ਜਾਂਦਾ। ਇਸ ਤੋਂ ਬਾਅਦ ਕਈ ਲੋਕਾਂ ਵੱਲੋਂ ਫੇਸਬੁੱਕ ਦੇ ਉੱਪਰ ਰੋਕ ਲਗਾਉਣ ਦੀ ਵੀ ਮੰਗ ਉੱਠਣ ਲੱਗੀ ਸੀ। ਹੁਣ ਇਸ ਦੇ ਬਾਰੇ ਇੱਕ ਪੋਲ ਵੀ ਸਾਹਮਣੇ ਆਇਆ ਹੈ, ਜਿਸ ਦੇ ਵਿੱਚ ਜ਼ਿਆਦਾਤਰ ਲੋਕ ਇਹ ਕਹਿੰਦੇ ਨੇ ਕਿ ਫੇਸਬੁੱਕ ਉਹਨਾਂ ਦੀ ਨਜ਼ਰ ਦੇ ਵਿੱਚ ਨੈਗੇਟਿਵ ਹੈ। ਬ੍ਰਿਟਿਸ਼ ਕੋਲੰਬੀਆ ਵੱਲੋਂ ਲੌਂਗ ਟਰਮ ਕੇਅਰ ਸੈਂਟਰ ਦੇ ਵਾਸਤੇ ਸਟਾਫ ਦੇ ਲਈ ਕੋਵਿਡ-19 ਵੈਕਸੀਨ ਨੂੰ ਲਾਜ਼ਮੀ ਕੀਤਾ ਗਿਆ ਸੀ। ਅਜਿਹੇ ਦੇ ਵਿੱਚ ਹੁਣ ਕਾਫੀ ਜ਼ਿਆਦਾ ਵਰਕਰਸ ਨੇ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਸ਼ਾਟ ਹਾਸਲ ਨਹੀਂ ਕੀਤੇ ਤੇ ਉਹਨਾਂ ਨੂੰ ਆਪਣੀ ਨੌਕਰੀ ਗਵਾਉਣੀ ਪਈ ਹੈ, ਜਿਸ ਦੇ ਕਾਰਨ ਹੁਣ ਇਹਨਾਂ ਥਾਵਾਂ ਦੇ ਉੱਪਰ ਸਟਾਫ ਦੀ ਸ਼ਾਰਟੇਜ ਦੇਖਣ ਨੂੰ ਮਿਲ ਰਹੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਕੇਅਰ ਹੋਮਸ ਦੇ ਵਿੱਚ ਸਟਾਫ ਦੀ ਕਮੀ ਨਜ਼ਰ ਆ ਰਹੀ ਹੈ। ਪ੍ਰੋਵਿੰਸ ਦੇ ਵਿੱਚ ਕੋਵਿਡ-19 ਵੈਕਸੀਨ ਡੈਡਲਾਈਨ ਪਾਸ ਹੋ ਚੁੱਕੀ ਹੈ, ਜਿਸ ਤੋਂ ਬਾਅਦ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਹੁਣ ਬ੍ਰਿਟਿਸ਼ ਕੋਲੰਬੀਆ ਕੇਅਰ ਹੋਮਸ ਦੇ ਵਿੱਚ ਸਟਾਫ ਦੀ ਸ਼ਾਰਟੇਜ ਹੋ ਗਈ। ਦੱਸ ਦਈਏ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 2000 ਵਰਕਰਸ ਇਸ ਸਮੇਂ ਆਫ ਦੇ ਉੱਪਰ ਨੇ। ਉਹ ਇਸ ਕਰਕੇ ਕਿਉਂਕਿ ਇਹਨਾਂ ਵੱਲੋਂ ਕੋਵਿਡ-19 ਵੈਕਸੀਨ ਦੇ ਦੋਨੋਂ ਸ਼ਾਟ ਹਾਸਿਲ ਨਹੀਂ ਕੀਤੇ ਗਏ। ਡਾਕਟਰ ਬੋਨੀ ਹੈਨਰੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਜਿਹੜਾ ਸਟਾਫ ਅਕਤੂਬਰ 12 ਤੋਂ ਪਹਿਲਾਂ ਕੋਵਿਡ-19 ਵੈਕਸੀਨ ਦੇ ਦੋਨੋਂ ਸ਼ਾਟ ਹਾਸਿਲ ਨਹੀਂ ਕਰਨਗੇ ਤਾਂ ਉਹਨਾਂ ਦੇ ਉੱਪਰ ਕਾਰਵਾਈ ਹੋਵੇਗੀ।
इस बारे हैल्थ मिनिस्टर ਵੱਲੋਂ जो जानकारी ਸਾਂਝੀ ਕੀਤੀ ਗਈ ਉਸ ਦੇ ਮੁਤਾਬਕ 48,000 ਵਰਕਰਸ ਦੇ ਵਿੱਚੋਂ 1,996 ਅਜਿਹੇ ਹਨ ਜਿਹੜੇ ਇਸ ਸਮੇਂ ਫੁੱਲੀ ਵੈਕਸੀਨੇਟਡ ਨਹੀਂ ਨੇ। ਇਸ ਅੰਕੜੇ ਦੇ ਵਿੱਚ ਕੈਜੂਅਲ EMPLOYEES ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਹੁਣ ਇਸ ਸੰਬੰਧੀ ਪ੍ਰੋਵਿੰਸ ਦੇ ਵੱਲੋਂ ਹੈਲਥ ਅਥਾਰਟੀਜ਼ ਦੇ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਮਿਨਿਸਟਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਲੌਂਗ ਟਰਮ ਕੇਅਰ ਦੇ ਜਿਹੜੇ ਵਰਕਰ ਦੇ ਵੱਲੋਂ ਕੋਵਿਡ-19 ਵੈਕਸੀਨ ਦੇ ਦੋਨੋਂ ਸ਼ਾਟ ਨਹੀਂ ਲਗਵਾਏ ਜਾਣਗੇ ਤਾਂ ਉਸ ਨੂੰ ਬਿਨਾਂ ਤਨਖਾਹ ਦੇ ਮੁਅੱਤਲ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸੀਨੀਅਰ ਹੋਮਸ ਦੇ ਵਿੱਚ ਆਉਣ ਵਾਲੇ ਵਿਜ਼ਿਟਰਸ ਦੇ ਵਾਸਤੇ ਪ੍ਰੂਫ ਆਫ ਵੈਕਸੀਨੇਸ਼ਨ ਨੂੰ ਵੀ ਜ਼ਰੂਰੀ ਕੀਤਾ ਗਿਆ। ਵੱਖ-ਵੱਖ ਪ੍ਰੋਵਿੰਸਸ ਦੇ ਵੱਲੋਂ ਵੈਕਸੀਨੇਸ਼ਨ ਦੇ ਨਾਲ ਜੁੜਿਆ ਹੋਇਆ ਐਲਾਨ ਕੀਤਾ ਜਾ ਰਿਹਾ ਹੈ। ਕਈ ਥਾਵਾਂ ਦੇ ਉੱਪਰ ਪ੍ਰੂਫ ਆਫ ਵੈਕਸੀਨੇਸ਼ਨ ਨੂੰ ਜ਼ਰੂਰੀ ਕੀਤਾ ਜਾ ਰਿਹਾ ਹੈ। ਅਜਿਹੇ ਦੇ ਵਿੱਚ ਟੋਰਾਂਟੋ ਦੇ ਜ਼ੂ ਵੱਲੋਂ ਵੀ ਕਦਮ ਚੁੱਕਦਿਆਂ ਇਹ ਐਲਾਨ ਕੀਤਾ ਗਿਆ ਕਿ ਇੱਥੇ ਆਉਣ ਵਾਲੇ ਵਿਜ਼ਿਟਰਸ ਦੇ ਵਾਸਤੇ ਪ੍ਰੂਫ ਆਫ ਵੈਕਸੀਨੇਸ਼ਨ ਦਿਖਾਉਣਾ ਜ਼ਰੂਰੀ ਹੋਵੇਗਾ। ਟੋਰਾਂਟੋ ਜ਼ੂ ਦੇ ਵਿੱਚ ਜਾਣ ਵਾਲੇ ਵਿਜ਼ਿਟਰਸ ਦੇ ਵਾਸਤੇ ਕੋਵਿਡ-19 ਵੈਕਸੀਨ ਦੇ ਨਾਲ ਜੁੜੀ ਹੋਈ ਜਾਣਕਾਰੀ ਸਾਹਮਣੇ ਆਈ ਹੈ, ਜਿਸ ਦੇ ਮੁਤਾਬਕ ਟੋਰਾਂਟੋ ਦੇ ਜ਼ੂ ਦੇ ਵਿੱਚ ਜਾਣ ਵਾਲੇ ਵਿਜ਼ਿਟਰਸ ਦੇ ਵਾਸਤੇ ਕੋਵਿਡ-19 ਵੈਕਸੀਨ ਹਾਸਲ ਕਰਨਾ ਜ਼ਰੂਰੀ ਹੋਵੇਗਾ। ਜੇਕਰ ਇਹ ਟੂਰਿਸਟ ਜ਼ੂ ਦੇ ਵਿੱਚ ਜਾਣਾ ਚਾਹੁੰਦੇ ਨੇ ਤਾਂ ਇਸ ਦੇ ਵਾਸਤੇ ਜ਼ਰੂਰੀ ਹੈ ਕਿ ਉਹ ਫੁੱਲੀ ਵੈਕਸੀਨੇਟਡ ਹੋਣ। ਇਸ ਨਵੇਂ ਐਲਾਨ ਦੇ ਮੁਤਾਬਕ ਸਾਰੇ ਗੈਸਟ ਮੈਂਬਰ, ਬਿਜ਼ਨਸ ਪਾਰਟਨਰਸ ਅਤੇ ਕੰਟਰੈਕਟਰਸ ਦੇ ਵਾਸਤੇ ਪ੍ਰੂਫ ਆਫ ਵੈਕਸੀਨੇਸ਼ਨ ਦਿਖਾਉਣਾ ਲਾਜ਼ਮੀ ਹੋਵੇਗਾ। ਇਸ ਬਾਰੇ ਜ਼ੂ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਗਿਆ ਕਿ ਉਹਨਾਂ ਵੱਲੋਂ ਸਾਰਿਆਂ ਦੀ ਸੁਰੱਖਿਆ ਦਾ ਖਿਆਲ ਰੱਖਿਆ ਜਾਂਦਾ ਹੈ। ਉਹਨਾਂ ਵੱਲੋਂ ਇਨਸਾਨਾਂ ਦੇ ਨਾਲ-ਨਾਲ ਜਾਨਵਰਾਂ ਦਾ ਵੀ ਕੋਰੋਨਾ ਵਾਇਰਸ ਦੇ ਖਿਲਾਫ ਖਿਆਲ ਰੱਖਿਆ ਜਾਂਦਾ ਹੈ। ਇਸੇ ਦੇ ਚੱਲਦਿਆਂ ਹੀ ਉਹਨਾਂ ਵੱਲੋਂ ਵਿਜ਼ਿਟਰਸ ਦੇ ਵਾਸਤੇ ਕੋਵਿਡ-19 ਵੈਕਸੀਨ ਦੇ ਨਾਲ ਜੁੜਿਆ ਹੋਇਆ ਐਲਾਨ ਕੀਤਾ ਗਿਆ। ਦੱਸ ਦਈਏ ਕਿ ਇੱਥੇ ਇਸ ਪਾਲਿਸੀ ਦੀ ਸ਼ੁਰੂਆਤ ਅਕਤੂਬਰ 25 ਤੋਂ ਹੋਣ ਜਾ ਰਹੀ ਹੈ। ਦੱਸਣਯੋਗ ਹੈ ਕਿ ਵੱਖ-ਵੱਖ ਪ੍ਰੋਵਿੰਸਸ ਦੇ ਵਿੱਚ ਕਈ ਥਾਵਾਂ ਦੇ ਉੱਪਰ ਪ੍ਰੂਫ ਆਫ ਵੈਕਸੀਨੇਸ਼ਨ ਮੰਗਿਆ ਜਾ ਰਿਹਾ ਹੈ। ਓਨਟਾਰੀਓ ਵੱਲੋਂ ਵੀ ਸਤੰਬਰ 22 ਨੂੰ ਪ੍ਰੂਫ ਆਫ ਵੈਕਸੀਨੇਸ਼ਨ ਸਿਸਟਮ ਸੰਬੰਧੀ ਐਲਾਨ ਕੀਤਾ ਗਿਆ ਸੀ, ਜਿਸ ਦੇ ਮੁਤਾਬਕ ਪ੍ਰੋਵਿੰਸ ਦੇ ਵਿੱਚ ਰੈਸਟੋਰੈਂਟ, ਜਿਮ, ਮੂਵੀ ਥੀਏਟਰ ਇਹਨਾਂ तमाम ਥਾਵਾਂ ਦਾ ਹਿੱਸਾ ਬਣਨ ਦੇ ਵਾਸਤੇ ਕੋਵਿਡ-19 ਵੈਕਸੀਨ ਦਾ ਪ੍ਰੂਫ ਦਿਖਾਉਣਾ ਜ਼ਰੂਰੀ ਹੈ। ਅਤੇ ਹੁਣ ਕੋਰੋਨਾ ਵਾਇਰਸ ਦੇ ਮਾਮਲੇ ਅਤੇ ਕੋਰੋਨਾ ਵਾਇਰਸ ਦੀ ਚੌਥੀ ਲਹਿਰ ਨੂੰ ਧਿਆਨ ਵਿੱਚ ਰੱਖਦਿਆਂ ਟੋਰਾਂਟੋ ਦੇ ਜ਼ੂ ਵੱਲੋਂ ਵੀ ਇੱਕ ਫੈਸਲਾ ਲਿਆ ਗਿਆ, ਜਿਸ ਦੇ ਤਹਿਤ ਵਿਜ਼ਿਟਰਸ ਦੇ ਵਾਸਤੇ ਕੋਵਿਡ-19 ਵੈਕਸੀਨ ਨੂੰ ਜ਼ਰੂਰੀ ਕੀਤਾ ਜਾ ਰਿਹਾ ਹੈ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ, ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਕੋਰੋਨਾ ਵਾਇਰਸ ਦੇ ਕੀ ਹਾਲਾਤ ਬਣੇ ਹੋਏ ਨੇ, ਜਾਣਕਾਰੀ ਸਾਂਝੀ ਕਰਾਂਗੇ ਇਸ ਖਬਰ ਦੇ ਵਿੱਚ। ਓਨਟਾਰੀਓ ਤੋਂ 24 ਘੰਟਿਆਂ ਦੌਰਾਨ 306 ਕੁੱਲ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਓਨਟਾਰੀਓ ਦੇ ਵਿੱਚ ਕਾਫੀ ਦਿਨਾਂ ਬਾਅਦ ਅਜਿਹਾ ਦੇਖਣ ਨੂੰ ਮਿਲਿਆ ਜਦੋਂ ਘੱਟ ਮਾਮਲੇ ਸਾਹਮਣੇ ਆਏ ਹੋਣ। ਪ੍ਰੋਵਿੰਸ ਦੇ ਵਿੱਚ ਹੁਣ ਤੱਕ ਕੁੱਲ 5,93,020 ਦੇ ਕਰੀਬ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। ਜਿਹੜੇ 24 ਘੰਟਿਆਂ ਦੌਰਾਨ ਮਾਮਲੇ ਸਾਹਮਣੇ ਆਏ, ਇਸ ਦੇ ਵਿੱਚ 117 ਅਨਵੈਕਸੀਨੇਟਡ, 14 ਪਾਰਸ਼ਲੀ ਵੈਕਸੀਨੇਟਡ ਅਤੇ 104 ਫੁੱਲੀ ਵੈਕਸੀਨੇਟਡ ਸ਼ਾਮਲ ਹਨ। ਇਨ੍ਹਾਂ 24 ਘੰਟਿਆਂ ਦੌਰਾਨ ਟੋਰਾਂਟੋ ਤੋਂ 78, ਵਿੰਡਸਰ ਐਸੈਕਸ ਤੋਂ 32, ਯਾਰਕ ਰੀਜਨ ਤੋਂ 29, ਆਟਵਾ ਤੋਂ 20, ਪੀਲ ਰੀਜਨ ਤੋਂ 18, ਨਾਇਗਰਾ ਰੀਜਨ ਤੋਂ 17 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਸੂਬੇ ਦੇ ਵਿੱਚ 24 ਘੰਟਿਆਂ ਦੌਰਾਨ 12 ਲੋਕਾਂ ਦੀ ਮੌਤ ਇਸ ਵਾਇਰਸ ਦੇ ਕਾਰਨ ਹੋ ਗਈ, ਜਿਸ ਦੇ ਨਾਲ ਹੁਣ ਤੱਕ ਦਾ ਮੌਤਾਂ ਦਾ ਅੰਕੜਾ 9,804 ਦੇ ਉੱਪਰ ਪਹੁੰਚ ਗਿਆ। ਵੈਕਸੀਨੇਸ਼ਨ ਦੇ ਨਾਲ ਜੁੜੀ ਹੋਈ ਅਪਡੇਟ ਦੇ ਮੁਤਾਬਕ ਇਸ ਸੂਬੇ ਦੇ ਵਿੱਚ 82.5% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੇ 2 ਡੋਜ਼ ਅਤੇ 87.1% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦਾ 1 ਡੋਜ਼ ਹਾਸਲ ਕੀਤਾ ਜਾ ਚੁੱਕਿਆ ਹੈ। ਓਨਟਾਰੀਓ ਦੇ ਵਿੱਚ ਐਕਟਿਵ ਕੇਸਿਸ ਦੀ ਗਿਣਤੀ 4,136 ਹੈ ਤੇ ਰਿਕਵਰਡ ਮਾਮਲਿਆਂ ਦੀ ਗਿਣਤੀ 5,79,080 ਦੇ ਕਰੀਬ ਹੈ। ਕਿਊਬੈਕ ਤੋਂ 24 ਘੰਟਿਆਂ ਦੌਰਾਨ 409 ਕੋਰੋਨਾ ਦੇ ਕੁੱਲ ਮਾਮਲੇ ਸਾਹਮਣੇ ਆਏ। ਇਨ੍ਹਾਂ 24 ਘੰਟਿਆਂ ਦੌਰਾਨ 2 ਲੋਕਾਂ ਨੇ ਇਸ ਵਾਇਰਸ ਦੇ ਕਾਰਨ ਦਮ ਤੋੜ ਦਿੱਤਾ। ਪ੍ਰੋਵਿੰਸ ਦੇ ਵਿੱਚ ਹੁਣ ਤੱਕ 4,16,676 ਦੇ ਕਰੀਬ ਕੁੱਲ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। ਹੁਣ ਤੱਕ 11,422 ਮੌਤਾਂ ਇਸ ਸੂਬੇ ਦੇ ਵਿੱਚ ਵਾਇਰਸ ਦੇ ਕਾਰਨ ਹੋ ਗਈਆਂ। ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ 291 ਹੈ, ਜਿਨ੍ਹਾਂ ਵਿੱਚੋਂ 72 ਇੰਟੈਂਸਿਵ ਕੇਅਰ ਅਧੀਨ ਹਨ। ਪ੍ਰੋਵਿੰਸ ਦੇ ਵਿੱਚ ਵੈਕਸੀਨੇਸ਼ਨ ਦੇ ਨਾਲ ਜੁੜੀ ਹੋਈ ਜਾਣਕਾਰੀ ਦੇ ਮੁਤਾਬਕ 90% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ 1 ਡੋਜ਼ ਅਤੇ 85% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀਆਂ 2 ਡੋਜ਼ ਹਾਸਲ ਕੀਤੀਆਂ ਜਾ ਚੁੱਕੀਆਂ ਨੇ। ਮੈਨੀਟੋਬਾ ਤੋਂ 24 ਘੰਟਿਆਂ ਦੌਰਾਨ 79 ਕੋਰੋਨਾ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਕੈਨੇਡਾ ਦੇ ਵਿੱਚ ਹੁਣ ਤੱਕ ਕੁੱਲ 1.6 ਮਿਲੀਅਨ ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 28,309 ਮੌਤਾਂ ਇਸ ਵਾਇਰਸ ਦੇ ਕਾਰਨ ਹੋ ਗਈਆਂ। ਐਕਟਿਵ ਕੇਸਿਸ ਦੀ ਗਿਣਤੀ 37,141 ਹੈ, ਜਿਨ੍ਹਾਂ ਵਿੱਚੋਂ ਮਾਈਲਡ ਕੰਡੀਸ਼ਨ ਦੇ ਵਿੱਚ 36,365 ਨੇ ਅਤੇ ਸੀਰੀਅਸ ਕੰਡੀਸ਼ਨ ਦੇ ਵਿੱਚ 776 ਲੋਕਾਂ ਦੀ ਗਿਣਤੀ ਦੱਸੀ ਜਾ ਰਹੀ ਹੈ। ਕੈਨੇਡਾ ਦੇ ਵਿੱਚ ਰਿਕਵਰਡ ਕੇਸਿਸ ਦਾ ਅੰਕੜਾ 1.6 ਮਿਲੀਅਨ ਤੋਂ ਵੱਧ ਦਾ ਹੈ।
ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਅਮਰੀਕਾ ਨੇ ਬਾਰਡਰ ਬਾਰੇ ਕੀਤਾ ਐਲਾਨ, ਨਵੰਬਰ ਮਹੀਨੇ ਤੋਂ ਖੁੱਲੇਗਾ ਬਾਰਡਰ। ਕਿਊਬੈਕ ਨੇ ਬਦਲਿਆ ਫੈਸਲਾ, ਹੈਲਥ ਵਰਕਰਾਂ ਨੂੰ ਮਿਲੀ ਰਾਹਤ। ਕਿਸਾਨਾਂ ਲਈ ਫਿਰ ਉੱਠੇਗੀ ਆਵਾਜ਼, ਮੋਟਰਸਾਈਕਲ ਰੈਲੀ ਦਾ ਆਯੋਜਨ। ਏਅਰ ਕੈਨੇਡਾ ਨੇ ਦਿੱਤੀ ਜਾਣਕਾਰੀ, ਦੱਸਿਆ ਕਦੋਂ ਆਓ ਏਅਰਪੋਰਟ। ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ, ਕਈਆਂ ਨੂੰ ਹਾਸਿਲ ਹੋਏ ਸੱਦੇ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।